ਗੱਲਾਂ ਹੋਣੀਆਂ ਚਾਹੀਦੀਆਂ ਜੋ ਐਕਚੁਅਲੀ ਰੀਅਲ ਇਸ਼ੂਜ਼ ਨੇ ਉਹਨਾਂ ਤੱਕ ਤਾਂ ਗੱਲ ਹੀ ਨਹੀਂ ਪਹੁੰਚ ਰਹੀਗੀ। ਬਟ ਥੀਸ ਆਰ ਵੈਰੀ ਵੈਰੀ ਡੀਪ ਇਸ਼ੂਜ਼, ਇਹ ਬਹੁਤ ਸੀਰੀਅਸ ਇਸ਼ੂਜ਼ ਨੇ ਜਿਹੜੇ ਕਿ that are killing people, that are ਘਰ ਉਜਾੜ ਰਹੇ ਨੇ। ਸਾਡੇ ਘਰ ਦਾ ਮਾਮਲਾ ਨਹੀਂ ਹੈਗਾ ਇਹ ਨਹੀਂ ਗਾ ਕਿ ਇਹ ਡੈਡ ਨੇ ਡਰੱਗਸ ਦਾ ਇਸ਼ੂ ਤਾਂ ਚੁੱਕਿਆ ਵੀ ਕਿ ਓਕੇ ਮੇਰੇ ਨਾਲ ਇੱਦਾਂ ਹੋਇਆ ਸੋ ਮੈਂ ਲੜ ਰਿਹਾ ਓਕੇ। ਇਸ ਇੱਕ ਬਿਲਕੁਲ ਹੀ ਸਿਰਫ ਉਹਨਾਂ ਦਾ ਇੱਕ ਪਬਲਿਕ ਇੱਕ ਉਹਨਾਂ ਨੂੰ ਇੱਕ ਪਰਪਸ ਫੀਲ ਹੋਇਆ ਕਿ ਮੈਂ ਕੋਈ ਬੋਲ ਨਹੀਂ ਰਿਹਾ, ਮੈਂ ਬੋਲਣਾ ਚਾਹੁੰਦਾ ਇਸ ਚੀਜ਼ 'ਤੇ। ਸ਼ੁਭ, ਇਹ ਵੀ ਖਬਰਾਂ ਰਹੀਆਂ ਨੇ ਕਿ ਤੁਹਾਡੇ ਫਾਦਰ ਸਾਹਿਬ ਨੂੰ ਉੱਥੇ ਸੌਰੀ ਫੀਲ ਕਰਨ ਦੇ ਲਈ ਵੀ ਇੱਕ ਮੌਕਾ ਦਿੱਤਾ ਗਿਆ ਸੀਗਾ, ਪਰ ਉਹਨਾਂ ਨੇ ਸ਼ਾਇਦ ਨਾ ਕਰਤੀ, ਉਸ ਤੋਂ ਬਾਅਦ ਇਹ ਸਜ਼ਾ ਹੋਈ ਹੈ। ਜੀ ਨਹੀਂ, ਉਹਨਾਂ ਨੂੰ ਮੈਂ ਇਹ ਵਨ ਆਫ ਦਾ ਫਰਸਟ ਥਿੰਗਸ ਕੱਲ੍ਹ ਪੁੱਛੀ ਕਿ ਡੈਡ ਤੁਹਾਨੂੰ ਮਾਫੀ ਦੇਣ ਦਾ ਮੌਕਾ ਦਿੱਤਾ ਗਿਆ ਸੀ, ਉਹਨਾਂ ਨੂੰ ਨਹੀਂ ਦਿੱਤਾ ਗਿਆ ਸੀਗਾ ਕਿਉਂਕਿ ਉਹਨਾਂ ਨੂੰ ਇਹ ਕਿ ਡਰੱਗ ਦੇ ਪੈਕਟਸ ਜੋ ਵੀ ਰਿਪੋਰਟਸ ਨੇ ਉਹ ਖੋਲ੍ਹ ਲਓ। ਉਹਨਾਂ ਨੇ ਮੈਨੂੰ ਆਪ ਕਿਹਾ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਜੇ ਡਰੱਗ ਦੇ ਰਿਪੋਰਟਸ ਖੋਲ੍ਹੋ। ਲੜਾਈ ਉਹ ਲੜ ਰਹੇ ਨੇ ਉਹ ਸਮਾਜ ਲਈ ਬੜੀ ਇੰਪੋਰਟੈਂਟ ਸੀਗੀ, ਸੋ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਆਪਣੇ ਆਪ ਨੂੰ ਰੱਖਣਾ ਚਾਹੀਦਾ ਸੀਗਾ ਕਿਉਂਕਿ ਕੋਰਟਸ ਦੇ ਵਿੱਚ ਜਾ ਰਹੇ ਸੀ ਮਾਮਲੇ ਔਰ ਹੋ ਸਕਦਾ ਸਜ਼ਾਵਾਂ ਹੁੰਦੀਆਂ ਲੋਕਾਂ ਨੂੰ। ਓਕੇ, ਸੋ ਪਹਿਲੀ ਗੱਲ ਲੜਾਈ ਸੀਗੀ ਨਹੀਂ, ਲੜਾਈ ਚੱਲ ਰਹੀ ਹੈ, ਠੀਕ ਹੈ, ਕੁਝ ਵੀ ਖਤਮ ਨਹੀਂ ਹੋਇਆ ਹੈਗਾ, ਠੀਕ ਹੈ। ਬਾਕੀ ਜਿਹੜੀ ਗੱਲ ਪੇਸ਼ੈਂਸ ਦੀ ਹੈਗੀ ਹੈ, ਮੈਂ ਇੱਥੇ ਬੈਠੀ ਹਾਂ ਬੜੀ ਪੇਸ਼ੈਂਟਲੀ ਗੱਲ ਕਰ ਰਹੀ ਹਾਂ, ਉਹਨਾਂ ਦੀ ਆਵਾਜ਼ ਨਾਲ ਹੀ ਗੱਲ ਕਰ ਰਹੀ ਹਾਂ, ਲੜਾਈ ਕਿਤੇ ਨਹੀਂ ਗਈ ਹੈਗੀ। ਇਸ ਸਜ਼ਾ ਨੂੰ ਕਿਵੇਂ ਦੇਖ ਰਹੇ ਹੋ, ਜਾਇਜ਼ ਜਾਂ ਨਾਜਾਇਜ਼? ਦੇਖੋ, ਆਈ ਡੋਂਟ ਥਿੰਕ ਮੈਂ ਉਸ ਚੀਜ਼ ਨੂੰ ਜਾਇਜ਼ ਨਾਜਾਇਜ਼ ਤੇ ਕਹਿ ਕੇ ਕੋਈ ਕਮੈਂਟ ਕਰੂੰਗੀ। ਆਈ ਥਿੰਕ ਦੈਟ ਹਰ ਕਿਸੇ ਦਾ ਇੱਕ ਇਹਦੇ ਵਿੱਚ ਪਾਰਟ ਹੈਗਾ। ਆਈ ਐਮ ਰੈਡੀ ਫॉर ਦਿਸ, ਆਈ ਐਮ ਰੈਡੀ ਫॉर ਜੋ ਵੀ ਜੋ ਵੀ ਮੈਨੂੰ ਡੈਡ ਨੇ ਕਿਹਾ ਹੈਗਾ, ਰਿਸਪੌਂਸਿਬਿਲਿਟੀ ਹੈਗੀ ਹੈ। ਮੈਨੂੰ ਉਹਨਾਂ ਦੇ ਇੱਦਾਂ ਦਿਖਦਾ ਸਮਾਈਲਿੰਗ ਫੇਸ ਹੈ, ਕਹਿੰਦਾ ਕਿ ਓਕੇ ਕੋਈ ਗੱਲ ਨਹੀਂ ਕਰੋ ਚੱਕੋ, ਸੋ ਇਟਸ ਓਕੇ। ਮੈਂ ਨਹੀਂ ਕਹਿ ਰਹੀ ਕਿ ਮੈਨੂੰ ਸਭ ਕੁਝ ਪਤਾ ਹੈ ਐਂਡ ਮੈਂ ਇਸ ਚੀਜ਼ ਤੋਂ ਹਰ ਕੋਈ ਸਿੱਖਦਾ ਹੈ। ਮੈਂ ਇੱਕ ਡਿਫਰੈਂਟ ਲੜਾਈ ਵਿੱਚ ਸੀਗੀ, ਹੁਣ ਮੈਂ ਇੱਕ ਡਿਫਰੈਂਟ ਤਰੀਕੇ ਨਾਲ ਆਪਣੇ ਡੈਡ ਨੂੰ ਇੱਥੇ ਆ ਕੇ ਸਪੋਰਟ ਕਰ ਰਹੀ ਹਾਂ। ਇਵਨ ਨਾਓ ਫੀਲਸ ਦੈਟ ਪੋਸੀਬਲੀ ਉਹਨਾਂ ਨੂੰ ਜਿਵੇਂ ਉਹਨਾਂ ਦੀ ਆਵਾਜ਼ ਚੁੱਪ ਕੀਤੀ ਗਈ ਹੈ, ਉਹਨਾਂ ਨੂੰ ਇੱਕ ਤਰੀਕਾ ਮਿਲ ਗਿਆ ਕਿ ਓਕੇ 6 ਮਹੀਨੇ ਨੂੰ ਬੰਦ ਕਰਕੇ ਇਹ ਚੁੱਪ ਤਾਂ ਬੈਠੂਗਾ ਸੋ ਉਹ ਇੱਕ ਆਵਾਜ਼ ਬੰਦ ਕਰਨ ਦਾ ਤਰੀਕਾ ਹੈ। ਆਪਾਂ ਹੁਣ ਆਵਾਜ਼ ਨੂੰ ਕੈਰੀ ਔਨ ਕਰ ਰਹੇ ਹਾਂ। ਉਹਨਾਂ ਨੇ ਕਿਹਾ ਇੱਦਾਂ ਨਹੀਂ ਬੋਲਣਾ, ਆਪਾਂ ਕਹਿੰਦੇ ਓਕੇ ਆਪਾਂ ਇਹ ਬੋਲ ਲੈਂਦੇ ਹਾਂ। ਸੋ ਆਵਾਜ਼ ਚੱਲ ਰਹੀ ਹੈ, ਠੀਕ ਹੈ, ਤਰੀਕੇ ਅਸੀਂ ਬਦਲ ਰਹੇ ਹਾਂ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਮੁੱਕ ਗਏ। ਪਰ ਹਾਲ ਹੀ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਫੈਸਲਾ ਆਇਆ ਤੇ ਬਹੁਤ ਹੀ ਜਲਦੀ ਇਹ ਫੈਸਲਾ ਆਇਆ ਪੰਜਾਬ ਦੇ ਬਰਖਾਸਤ ਕੀਤੇ ਗਏ ਡੀਐਸਪੀ ਬਲਵਿੰਦਰ ਸੇਖੋਂ ਹੁਣਾਂ ਦੇ ਬਾਰੇ ਦੇ ਵਿੱਚ, ਕਿਉਂਕਿ ਅਦਾਲਤ ਨੇ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਦਿੱਤੀ ਹੈ ਤੇ 2000 ਰੁਪਏ ਦਾ ਜੁਰਮਾਨਾ ਦਿੱਤਾ ਹੈ। ਇਹ ਸਜ਼ਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਪ੍ਰਦੀਪ ਕੁਮਾਰ ਦੋਨਾਂ ਨੂੰ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਕੋਰਟ ਦੇ ਵੱਲੋਂ। ਸੋ ਇਸ ਵੇਲੇ ਸਾਡੇ ਨਾਲ ਉਹਨਾਂ ਦੀ ਬੇਟੀ ਸ਼ੁਭਰੀਤ ਕੌਰ ਸੇਖੋਂ ਮੌਜੂਦ ਨੇ। ਪਰਿਵਾਰ ਦਾ ਇਸ ਸਜ਼ਾ ਨੂੰ ਲੈ ਕੇ ਕੀ ਵਰਜ਼ਨ ਹੈ, ਕਿਉਂਕਿ ਮਾਣਯੋਗ ਕੋਰਟ ਦੇ ਵੱਲੋਂ ਇਹ ਸਜ਼ਾ ਜਿਹੜੀ ਹੈਗੀ ਹੈ ਉਹਨਾਂ ਨੂੰ ਹੋਈ ਹੈ। ਔਰ ਮੈਂ ਪੰਜਾਬੀ ਮੰਚ ਦੇ ਨਾਲ ਜੁੜੇ ਹੋਏ ਸਨ ਬਲਵਿੰਦਰ ਸਿੰਘ ਸੇਖੋਂ ਜੀ, ਜਦੋਂ ਤੋਂ ਉਹ ਬਰਖਾਸਤ ਹੋਏ ਸਨ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਜਾਬ ਦੇ ਵਿੱਚ ਵੱਧ ਰਹੇ ਨਸ਼ਿਆਂ ਦੇ ਮੁੱਦਿਆਂ ਨੂੰ ਚੁੱਕਣਾ ਤੇ ਉਹਨਾਂ ਦੀਆਂ ਫਾਈਲਾਂ ਕੋਰਟ ਤੱਕ ਲੈ ਕੇ ਜਾਣਾ, ਪਰ ਹਲੇ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ। ਪਰ ਉਹਨਾਂ ਨੂੰ ਆਪ ਨੂੰ ਸਜ਼ਾ ਹੋਈ ਹੈ। ਇਹਦੇ ਤੇ ਗੱਲਬਾਤ ਕਰਨ ਦੇ ਲਈ ਉਹਨਾਂ ਦੀ ਧੀ ਜੋ ਕਿ ਹਾਲ ਹੀ ਦੇ ਵਿੱਚ ਅਮਰੀਕਾ ਤੋਂ ਵਾਪਸ ਪਰਤੀ ਹੈ ਔਰ ਜਦ ਤੱਕ ਉਹਨਾਂ ਦੇ ਪਿਤਾ ਜੇਲ੍ਹ ਦੇ ਵਿੱਚ ਰਹਿਣਗੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਕੰਮ ਖਾਸ ਕਰਕੇ ਮੈਂ ਪੰਜਾਬੀ ਮੰਚ ਦੀ ਰਹਿਨੁਮਾਈ ਕਰਨਗੇ। ਸੋ ਸੁਭਰੀਤ ਕੌਰ ਸੇਖੋਂ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਮ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਸੋ ਸਜ਼ਾ ਹੋਈ ਹੈ 6 ਮਹੀਨਿਆਂ ਦੀ, 2000 ਰੁਪਏ ਦਾ ਜੁਰਮਾਨਾ ਹੋਇਆ ਹੈ। ਹਾਂਜੀ, ਕੀ ਕਹਿਣਾ ਆ ਪਰਿਵਾਰ ਇਸ ਫੈਸਲੇ ਨੂੰ ਕਿੱਦਾਂ ਦੇਖ ਰਿਹਾ ਹੈਗਾ? ਕੀ ਤਿਆਰ ਸੀਗੇ ਕਿਉਂਕਿ ਮਾਣਹਾਨੀ ਦੇ ਸ਼ਬਦ ਬੋਲੇ ਗਏ ਸੀਗੇ ਕੋਰਟ ਨੂੰ? ਬਿਲਕੁਲ ਜੀ, ਅਸੀਂ ਤਿਆਰ ਸੀਗੇ। ਵੀ ਵਰ ਪ੍ਰੀਪੇਅਰਡ ਫॉर ਦਿਸ। ਸਾਡੇ ਵੱਲੋਂ ਇਹ ਬਹੁਤ ਪਹਿਲਾਂ ਇਸ ਮੁੱਦੇ ਤੋਂ ਇੰਨੇ ਹਾਈਪ ਹੋਣ ਤੋਂ ਪਹਿਲਾਂ ਹੀ, ਕਿਉਂਕਿ ਇਹ ਡੈਡ ਜਿਹੜੀ ਲੜਾਈ ਲੜ ਰਹੇ ਨੇ ਇਹ ਇਟਸ ਨਾਟ ਇਹ ਪਿਛਲੇ ਮੰਥ ਦੀ ਗੱਲ ਨਹੀਂ ਹੈਗੀ, ਕਾਫੀ ਹੁਣ ਸਾਲ ਹੀ ਹੋ ਗਏ ਨੇ ਕਿ ਉਹ ਇੱਕ ਕਰਪਸ਼ਨ ਦੇ ਅਗੇਂਸਟ, ਹੁਣ ਨਸ਼ਿਆਂ ਦੇ ਅਗੇਂਸਟ ਲੜਾਈ ਲੜ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਇਹ ਚੀਜ਼ ਸਾਨੂੰ ਪਤਾ ਸੀ ਅਟਰੈਕਟ ਹੋ ਸਕਦੀ ਹੈ ਕਿਉਂਕਿ ਉਹ ਇੱਕ ਬੜੇ ਸੀਰੀਅਸ ਤੇ ਜੈਨੂਇਨ ਇਸ਼ੂਜ਼ 'ਤੇ ਗੱਲ ਕਰ ਰਹੇ ਨੇ ਜੀ। ਸੋ ਉਸ ਦਿਨ ਜਿਸ ਦਿਨ ਸਜ਼ਾ ਹੋਈ ਹੈ ਤੁਹਾਡੇ ਵੱਲੋਂ ਅੰਬ ਸਾਹਿਬ ਦੇ ਵਿੱਚ ਕਾਫੀ ਵੱਡਾ ਇਕੱਠ ਕੀਤਾ ਗਿਆ ਸੀਗਾ। ਮੈਂ ਪੰਜਾਬੀ ਮੰਚ ਦੇ ਸਾਰੇ ਮੈਂਬਰ ਸ਼ਾਮਲ ਸੀਗੇ, ਬਹੁਤ ਸਾਰੇ ਲੋਕ ਜੋ ਉਹਨਾਂ ਦੇ ਨਾਲ ਜੁੜੇ ਸੀ, ਕੁਝ ਨਸ਼ਿਆਂ ਤੋਂ ਬਚੇ ਲੋਕ ਵੀ ਮੌਜੂਦ ਸੀਗੇ ਤੇ ਪਰ ਉੱਥੋਂ ਤੱਕ ਤੁਸੀਂ ਨਹੀਂ ਪਹੁੰਚ ਸਕੇ। ਕਿਸ ਤਰ੍ਹਾਂ ਦਾ ਉਸ ਦਿਨ ਦਾ ਮਾਹੌਲ ਸੀਗਾ? ਉੱਥੋਂ ਤੱਕ ਤੁਸੀਂ ਨਹੀਂ ਪਹੁੰਚ ਸਕੇ ਮਤਲਬ ਕੋਰਟ ਤੱਕ ਨਹੀਂ ਜਾਣ ਦਿੱਤਾ ਗਿਆ? ਯੈਸ, ਸੋ ਉੱਥੇ ਕਾਫੀ ਹਾਈ ਸਿਕਿਉਰਿਟੀ ਸੀਗੀ, ਸੋ ਇਸ ਕਰਕੇ ਅਸੀਂ
ਅਲਾਉਡ ਨਹੀਂ ਸੀਗੀ ਪਬਲਿਕ ਉਸ ਡੇ ਹਾਈ ਕੋਰਟ ਦੇ ਵਿੱਚ, ਵਿਚ ਇਜ਼ ਵੈਰੀ ਰੇਅਰ। ਸੋ ਦੈਟ ਵਾਸ ਸਾਡੇ ਵਾਸਤੇ ਸਰਪ੍ਰਾਈਜ਼ਿੰਗ ਸੀਗਾ ਕਿ ਇੱਦਾਂ ਕਿਵੇਂ ਇੰਨਾ ਕੀ ਹੋ ਗਿਆ ਹੈਗਾ ਕਿ ਆਫਟਰ ਆਲ there's no crime per se, he hasn't killed anyone। ਇੱਕ ਸ਼ਬਦ ਕੀਤੇ ਨੇ, ਇੱਕ ਬੋਲੀ ਜਾ ਰਹੀ ਇੱਕ ਆਵਾਜ਼ ਹੈ, ਬਹੁਤ ਲੋਕ ਜਿਹੜੀ ਆਵਾਜ਼ ਕਰਕੇ ਉਹ ਬੋਲ ਰਹੇ ਨੇ ਉਹਦੇ ਪਿੱਛੇ ਬਹੁਤ ਲੋਕ ਮਰ ਰਹੇ ਨੇ। ਸੋ ਬਟ ਯੈਸ, ਤੁਹਾਡਾ ਕੁਐਸਚਨ ਹੈਗਾ ਕਿ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ। ਹਾਂਜੀ, ਅੰਦਰ ਨਹੀਂ ਜਾਣ ਦਿੱਤਾ ਗਿਆ ਸੀਗਾ। ਪਰ ਉਹਦੇ ਲਈ ਪਾਸ ਹੁੰਦੇ ਨੇ ਕਿ ਤੁਸੀਂ ਪਾਸ ਦੇ ਲਈ ਪਹਿਲਾਂ ਅਪਲਾਈ ਨਹੀਂ ਕੀਤਾ ਸੀਗਾ? ਹੀਅਰਿੰਗ ਦੇ ਬਾਰੇ ਪਤਾ ਸੀ? ਐਬਸੋਲੂਟਲੀ ਜੀ, ਵੀ ਵੈਂਟ ਐਂਡ ਅਪਲਾਈਡ ਫॉर द ਪਾਸ। ਉਹਨਾਂ ਨੇ ਸਾਨੂੰ ਕਿਹਾ ਅੱਜ ਸਪੈਸ਼ਲ ਆਰਡਰਸ ਨੇ, ਸੋ ਅਸੀਂ ਪਾਸ ਨਹੀਂ ਦੇ ਸਕਦੇ ਬੇਸਿਕਲੀ ਜੀ। ਸੋ ਉਸ ਤੋਂ ਬਾਅਦ ਵੀ ਤੁਹਾਡੀ ਮਦਰ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਗਿਆ ਸੀ ਕਿ ਉੱਥੇ ਜਦੋਂ ਅਸੀਂ ਗੱਲ ਵੀ ਕਰ ਰਹੇ ਸੀਗੇ ਤੇ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਸੀਗਾ ਕਿ ਇਹਦੇ ਤੇ ਗੱਲ ਨਾ ਕਰੋ। ਜੀ ਯੈਸ, ਦੈਟ ਹੈਪਨ। ਉਹ ਬਿਲਕੁਲ ਉੱਥੇ ਪੂਰੀ ਫੋਰਸਿਸ ਲੱਗੇ ਹੋਏ ਸੀ, ਇੱਕ ਆਪਦੇ ਦੇ ਏਰੀਆਸ 'ਚ ਡਿਸਟ੍ਰੀਬਿਊਟਡ ਸੀਗੇ ਟੂ ਮੇਕ ਸ਼ੋਰ ਕਿ ਕੋਈ ਐਕਟੀਵਿਟੀ ਨਾ ਹੋਵੇ ਉਸ ਕੇਸ ਦੇ ਰਿਲੇਟਡ। ਹਾਂਜੀ ਸ਼ੁਭਰੀਤ, ਤੁਸੀਂ USA ਤੋਂ ਆਏ ਹੋ। ਸਾਡੇ ਦੇਸ਼ ਦੇ ਵਿੱਚ ਵੀ ਅਸੀਂ ਕੋਰਟ ਨੂੰ ਬਹੁਤ ਉੱਚ ਸਥਾਨ ਦਿੰਦੇ ਹੈਗੇ ਆ, ਹੈ ਨਾ, ਕਾਨੂੰਨ ਦੀ ਦੇਵੀ। ਪਰ ਜਦੋਂ ਇੱਥੇ ਤੁਸੀਂ ਆ ਕੇ ਇਹ ਲਾ ਐਂਡ ਆਰਡਰ ਸਿਸਟਮ ਦੇਖਿਆ ਤੇ ਕੀ ਲੱਗ ਰਿਹਾ ਹੈਗਾ? ਦੇਖੋ ਜੀ, ਇਟਸ ਅ ਬਿਟ ਡਿਸਅਪੋਇੰਟਿੰਗ ਬਿਕਾਜ਼ ਇਟ ਸੀਮਸ ਲਾਈਕ ਜਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ, ਜੋ ਐਕਚੁਅਲੀ ਰੀਅਲ ਇਸ਼ੂਜ਼ ਨੇ, ਉਹਨਾਂ ਤੱਕ ਤਾਂ ਗੱਲ ਹੀ ਨਹੀਂ ਪਹੁੰਚ ਰਹੀਗੀ। ਇਹ ਜਿਹੜੀ ਉੱਪਰਲੀ ਜਿਹੜੀਆਂ ਪੀੜਾਂ ਨੇ, ਜਿਹੜਾ ਕਹਿਣ ਦੇ ਤਰੀਕੇ ਨੇ, ਜਿਹੜੇ ਸੁਣਨ ਦੇ ਦਰਦ ਨੇ, ਉਹਨਾਂ ਚੀਜ਼ਾਂ ਵਿੱਚ ਵੀ ਆਰ ਲੂਜ਼ਿੰਗ ਆਰ ਟਾਈਮ ਐਂਡ ਐਨਰਜੀ ਐਂਡ ਦੈਟਸ ਡਿਸਅਪੋਇੰਟਿੰਗ ਬਿਕਾਜ਼ ਇੱਕ ਲਾਅ ਦੀ ਰਿਸਪੌਂਸਿਬਿਲਿਟੀ, ਇੱਕ ਜੱਜਿਸ ਹੋਣ ਦੀ, ਜੋ ਵੀ ਉੱਥੇ ਆਪਾਂ, ਮੈਂ ਕਿਸੇ ਦੇ ਬਾਰੇ ਕੁਝ ਗਲਤ ਨਹੀਂ ਕਹਿ ਰਹੀ, ਜਸਟ ਲੈਟਿੰਗ ਯੂ ਨੋ, ਮੈਂ ਆਪਣਾ ਇੱਕ ਆਊਟਸਾਈਡਰ in the sense of living outside, coming back, ਇਹ ਦੇਖ ਰਹੀ ਹਾਂ ਕਿ okay, there is definitely there is a way to talk, there is a way to communicate, but these are very very deep issues। ਇਹ ਬਹੁਤ serious issues ਨੇ ਜਿਹੜੇ ਕਿ that are killing people, that are ਘਰ ਉਜਾੜ ਰਹੇ ਨੇ। ਠੀਕ ਹੈ, ਇਹ ਕੋਈ ਇਹ ਨਹੀਂ ਹੈਗਾ ਕਿ ਵੀ ਸਾਨੂੰ ਕੋਈ ਇੱਥੇ ਆ ਕੇ ਕੋਈ ਥੱਪੜ ਮਾਰ ਗਿਆ ਜੀ ਤੇ ਅਸੀਂ ਗੁੱਸੇ 'ਚ ਵਾਪਸ ਬੋਲਦੇ। these are things and this is not even ਸਾਡੀ ਘਰ ਦਾ ਮਾਮਲਾ ਨਹੀਂ ਹੈਗਾ। ਇਹ ਨਹੀਂ ਗਾ ਕਿ ਇਹ ਬੈਡ ਡੈਡ ਨੇ ਡਰੱਗਸ ਦਾ ਇਸ਼ੂ ਤਾਂ ਚੁੱਕਿਆ ਵੀ ਕਿ ਓਕੇ ਮੇਰੇ ਨਾਲ ਇੱਦਾਂ ਹੋਇਆ ਸੋ ਮੈਂ ਲੜ ਰਿਹਾ। ਓਕੇ, ਇਸ ਇੱਕ ਬਿਲਕੁਲ ਹੀ ਸਿਰਫ ਉਹਨਾਂ ਦਾ ਇੱਕ ਪਬਲਿਕ ਉਹਨਾਂ ਨੂੰ ਇੱਕ ਪਰਪਸ ਫੀਲ ਹੋਇਆ ਕਿ ਮੈਂ ਕੋਈ ਬੋਲ ਨਹੀਂ ਰਿਹਾ, ਮੈਂ ਬੋਲਣਾ ਚਾਹੁੰਦਾ ਇਸ ਚੀਜ਼ 'ਤੇ ਆਊਟ ਆਫ ਦੈਟ। ਠੀਕ ਹੈ, ਸੋ ਇਹ ਜ਼ਰੂਰ ਲੱਗਦਾ ਕਿ ਜਿਹੜੀ ਚੀਜ਼ਾਂ ਦੇ ਬਾਰੇ ਐਕਚੁਅਲੀ ਐਕਸ਼ਨ ਲੈਣੇ ਚਾਹੀਦੇ ਨੇ, ਉਹ ਉੱਥੋਂ ਤੱਕ ਗੱਲ ਨਹੀਂ ਪਹੁੰਚ ਰਹੀਗੀ ਤੇ ਗੱਲਾਂ ਕਿਤੇ ਹੋਰ ਹੀ, ਇਹ ਇੱਦਾਂ ਬੋਲਦਾ ਹੈ ਤੇ ਇਹ ਗੱਲ ਦੈਟਸ ਨਾਟ ਓਕੇ। ਸੌਰੀ ਬਈ, ਮੈਂ ਕਹਿ ਦਿੰਦੀ ਹਾਂ ਕਿ ਉਹ ਗੱਲ ਨਹੀਂ ਹੈਗੀ ਕਿ ਹੀ ਡਜ਼ ਨਾਟ ਹੈਵ ਐਨੀ ਪਰਸਨਲ ਅਟੈਕਸ ਟੂ ਐਨੀਬਡੀ। ਦ ਪੁਆਇੰਟ ਇਜ਼ ਜੋ ਆਪਣਾ ਰੀਜ਼ਨ ਹੈਗਾ ਆਪਾਂ ਉਹਦੇ 'ਤੇ ਫੋਕਸ ਕਰਨਾ ਬਣਦਾ ਹੈ। ਦੈਟ ਇਜ਼ ਮੈਚਿਓਰਿਟੀ ਐਂਡ ਦੈਟ ਸ਼ੋਜ਼ ਕਿ ਵੀ ਹਾਂ ਇੱਥੇ ਲਾਅ ਸੀਰੀਅਸ ਹੈ, ਇੱਥੇ ਆਪਾਂ ਕੇਅਰ ਕਰਦੇ ਹਾਂ ਇੱਕ ਨੋਰਮਲ ਇਨਸਾਨ ਬੰਦੇ ਦੀ ਜਿਹਨੂੰ ਅਵੇਅਰਨੈਸ ਵੀ ਨਹੀਂ ਹੈਗੀ ਕਿ ਡਰੱਗਸ ਉਹਦੀ ਲਾਈਫ 'ਚ ਕਿੰਨੀ ਇਨੋਸੈਂਟਲੀ ਐਂਟਰ ਕਰ ਜਾਂਦੇ ਨੇ ਤੇ ਉਹਨੂੰ ਕਿਵੇਂ ਹੌਲੀ ਹੌਲੀ ਉਹਦੀ ਲਾਈਫ ਨੂੰ ਕਿੱਧਰ ਲੈ ਜਾਂਦੇ ਨੇ, ਕਿਵੇਂ ਅੰਦਰ ਉਹਦੀ ਸਾਈਕੋਲੋਜੀ ਚੇਂਜ ਹੁੰਦੀ ਹੈ, ਉਹਦੀ ਆਪਣੀ ਰਿਲੇਸ਼ਨਸ ਆਪਦੇ ਘਰਦਿਆਂ ਨਾਲ ਚੇਂਜ ਹੁੰਦੇ ਨੇ, ਕਿਵੇਂ ਉਹ ਆਪਣੇ ਪਰਿਵਾਰ ਤੋਂ ਦੂਰ ਹੁੰਦਾ ਐਂਡ ਹੌਲੀ ਹੌਲੀ ਦੀਸ ਥਿੰਗਸ ਅਫੈਕਟ ਯੂ। ਇਹ ਕਈ ਵਾਰ ਅੱਜ ਦੀ ਇੱਦਾਂ ਨਹੀਂ ਹੁੰਦਾ ਕਿ ਬਸ ਡਰੱਗ ਲੈ ਲੈ ਤੇ ਵੀ ਹਾਂਜੀ ਕਹਾਣੀ ਖਤਮ। ਇਹ ਸਲੋ ਕਿਲਰਸ ਨੇ। ਠੀਕ ਹੈ, ਸੋ ਇਹਨਾਂ ਦੀ ਪੀੜ ਕਿਵੇਂ ਆਪਾਂ ਇਹ ਬਹੁਤ ਡੀਪ ਪੇਨਸ ਨੇ, ਬਹੁਤ ਡੀਪਲੀ ਸਫਰ ਕਰ ਰਹੇ ਨੇ ਲੋਕ ਤੇ ਇਹਨਾਂ ਤੇ ਅਗਰ ਸ਼ਬਦ ਬੋਲੇ ਜਾ ਰਹੇ ਨੇ। ਸੋ ਆਈ ਥਿੰਕ ਦੈਟ ਇਟਸ ਇੰਪੋਰਟੈਂਟ ਟੂ ਫੋਕਸ ਔਨ ਦ ਫੈਕਟ ਕਿ ਦੇਰ ਇਜ਼ ਅ ਪਰਸਨ ਡਾਈਂਗ ਫਰਮ ਓਵਰਡੋਜ਼ ਐਵਰੀ ਡੇ ਇਨ ਪੰਜਾਬ ਅਕੋਰਡਿੰਗ ਟੂ ਰਿਸਰਚ। ਸੋ ਸ਼ੁਭ, ਜਿਵੇਂ ਤੁਸੀਂ ਕਿਹਾ ਕਿ ਅਸਲ ਜਿਹੜਾ ਮੁੱਦਾ ਹੈਗਾ ਉਹ ਕਿਤੇ ਨਾ ਕਿਤੇ ਗਵਾਚ ਗਿਆ ਇਹ ਸਾਰੇ ਦੇ ਵਿੱਚ ਜੀ। ਪਰ ਕੀ ਹੁਣ ਜਿਵੇਂ ਕੱਲ ਤੁਸੀਂ ਤੇ ਤੁਹਾਡੇ ਮੰਮਾ ਜਿਹੜੇ ਸੀਗੇ ਉਹਨਾਂ ਨੂੰ ਮਿਲ ਕੇ ਆਏ ਆ ਜੇਲ੍ਹ ਦੇ ਵਿੱਚ, ਤੇ ਕੀ ਗੱਲਬਾਤ ਹੋਈ ਹੈ? ਜੀ, ਸਾਡੇ ਵਾਸਤੇ ਤਾਂ ਬਸ ਇੱਕ ਮੁਲਾਕਾਤ ਹੈ ਟੂ ਜਸਟ ਇਨਸ਼ੋਰ ਇਚ ਅਦਰ ਕਿ ਆਪਾਂ ਠੀਕ ਹਾਂ, ਆਪਾਂ ਤਕੜੇ ਹਾਂ। ਮੇਰੇ ਪਾਪਾ ਠੀਕ ਨੇ, ਉਹ ਸਾਡੇ ਨੂੰ ਹੱਸ ਕੇ ਉਹਨਾਂ ਨੇ ਮਿਲੇ, ਅੱਛਾ ਲੱਗਿਆ, ਇੱਕ ਦੂਜੇ ਨੂੰ ਇਨਕਰੇਜ ਕੀਤਾ ਅਸੀਂ ਐਂਡ ਦੈਟਸ ਇਟ, ਮੇਕਿੰਗ ਸ਼ੋਰ ਕਿ ਉਹ ਉੱਥੇ ਆਪਦਾ ਖੁਸ਼ ਨੇ, ਠੀਕ ਨੇ, ਉਹਨਾਂ ਦੇ ਹਾਲਾਤ ਠੀਕ ਨੇ, ਜੋ ਕਿ ਉਹਨਾਂ ਨੇ ਸਾਨੂੰ ਉਹ ਗੱਲ ਵੈਰੀਫਾਈ ਕੀਤੀ ਕਿ ਮੈਂ ਬਿਲਕੁਲ ਠੀਕ ਹੈ, ਮੇਰੇ ਵੱਲੋਂ ਕੋਈ ਟੈਨਸ਼ਨ ਦੀ ਲੈਣ ਦੀ ਲੋੜ ਨਹੀਂ। ਇਫ ਐਨੀਥਿੰਗ ਜੇ ਮੈਨੂੰ ਕੋਈ ਟੈਨਸ਼ਨ ਹੈਗੀ ਹੈ ਕਿ ਤੁਸੀਂ ਦੋਨੋਂ ਇੱਦਾਂ ਫਿਰਦੀਆਂ ਹੋ, ਅਤੇ ਜਿਹੜਾ ਸਾਡਾ ਇੱਕ ਗਨਮੈਨ ਵੀ ਸੀਗਾ ਉਹ ਵਾਪਸ ਲਿੱਤਾ ਗਿਆ ਸੀਗਾ ਬਿਕੋਜ਼ ਜਦੋਂ ਡੈਡ ਦੇ ਆਰਡਰਸ ਪਾਸ ਹੋਏ ਨੇ। ਸੋ ਇਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈਗੀ ਹੈ ਕਿ ਮੇਰੀ ਵਾਈਫ ਤੇ ਬੇਟੀ ਦੀ ਕਿ ਸਿਕਿਉਰਿਟੀ ਤੁਸੀਂ ਠੀਕ ਰਹੋ। ਸੋ ਇਹ ਗੱਲਾਂ ਹੋਈਆਂ ਸਾਡੇ ਵਿੱਚ। ਤੇ ਬਾਕੀ ਕੀ ਕੋਈ, ਜਿਵੇਂ ਤੁਸੀਂ ਕਿਹਾ ਉਹਨਾਂ ਨੂੰ ਇੱਕ ਚਿੰਤਾ ਹੈ ਵੀ ਇੱਕ ਗਨਮੈਨ ਸੀ ਉਹ ਵੀ ਲੈ ਲਿਆ, ਕੀ ਕੋਈ ਥ੍ਰੈਟ ਨੇ, ਕੀ ਕੋਈ
ਟੈਨਸ਼ਨ ਹੈ ਬਿਲਕੁਲ ਟੈਨਸ਼ਨ ਇਨ ਦ ਸੈਂਸ ਤੇ ਹੁਣ ਇੰਨੇ ਸਾਲਾਂ ਤੋਂ ਪਾਪਾ ਇਹ ਕਰਪਸ਼ਨ ਦੇ ਅਗੇਂਸਟ ਲੜਾਈ ਲੜ ਰਹੇ ਨੇ, ਠੀਕ ਹੈ। ਇਹ ਡਰੱਗਸ ਦਾ ਮੁੱਦਾ ਇਜ਼ ਰੀਸੈਂਟ ਗੱਲ ਹੈ, ਠੀਕ ਹੈ। ਉਸ ਤੋਂ ਪਹਿਲਾਂ ਹੋਰ ਬਹੁਤ ਟੌਪਿਕਸ ਤੇ ਗੱਲ ਕਰ ਚੁੱਕੇ ਨੇ, ਹੋਰ ਬਹੁਤ ਲੋਕ ਪੁਆਇੰਟ ਆਊਟ ਹੋ ਚੁੱਕੇ ਨੇ ਜਿਹੜੇ ਕਿ ਓਬਵੀਅਸਲੀ ਕਿਤੇ ਨਾ ਕਿਤੇ ਉਸ ਚੀਜ਼ ਤੋਂ ਹਰਟ ਨੇ, ਕਿਤੇ ਨਾ ਕਿਤੇ ਕੁਝ ਵੀ ਹੋ ਸਕਦਾ ਹੈ। ਆਈ ਮੀਨ ਆਈ ਹੋਪ ਕਿ ਉਹ ਵੀ ਦੇਖਣ ਕਿ ਇਹ ਕੋਈ ਪਰਸਨਲ ਅਟੈਕਸ ਨਹੀਂ ਹੈਗੇ, ਬਟ ਉਸ ਚੀਜ਼ ਕਰਕੇ ਆਪਾਂ ਨੂੰ ਅਵੇਅਰਨੈਸ ਨਾਲ ਵਿਜੀਲੈਂਸ ਤੱਕ ਨਾਲ ਚੱਲਣਾ ਪੈਂਦਾ ਨਾ, ਕਿ ਆਫ ਕੋਰਸ ਜਿੱਥੇ ਕਿ ਕਿਸੇ ਬਾਰੇ ਇੱਦਾਂ ਬੋਲਿਆ ਗਿਆ, ਕਿਸੇ ਦਾ ਕੁਝ ਹੋਰ ਚੀਜ਼ਾਂ ਸਾਹਮਣੇ ਆਈਆਂ, ਉਹਨਾਂ ਕਰਕੇ ਉਹਨਾਂ ਨੂੰ ਵੀ ਥੋੜਾ ਹੈਗਾ ਕਿ ਵੀ ਮੇਰੇ ਫੈਮਿਲੀ ਠੀਕ ਰਹਿਣ, ਉਹਨਾਂ ਨੂੰ ਪ੍ਰੋਟੈਕਸ਼ਨ ਰਹੇ। ਜੀ ਸ਼ੁਭ, ਇਹ ਵੀ ਖਬਰਾਂ ਰਹੀਆਂ ਨੇ ਕਿ ਤੁਹਾਡੇ ਫਾਦਰ ਸਾਹਿਬ ਨੂੰ ਉੱਥੇ ਸੌਰੀ ਫੀਲ ਕਰਨ ਦੇ ਲਈ ਵੀ ਇੱਕ ਮੌਕਾ ਦਿੱਤਾ ਗਿਆ ਸੀਗਾ, ਪਰ ਉਹਨਾਂ ਨੇ ਸ਼ਾਇਦ ਨਾ ਕਰਤੀ, ਉਸ ਤੋਂ ਬਾਅਦ ਇਹ ਸਜ਼ਾ ਹੋਈ ਹੈ। ਜੀ ਨਹੀਂ, ਉਹਨਾਂ ਨੂੰ ਮੈਂ ਇਹ ਵਨ ਆਫ ਦਾ ਫਰਸਟ ਥਿੰਗਸ ਕੱਲ ਪੁੱਛੀ ਕਿ ਡੈਡ ਤੁਹਾਨੂੰ ਮਾਫੀ ਦੇਣ ਦਾ ਮੌਕਾ ਦਿੱਤਾ ਗਿਆ ਸੀ, ਉਹਨਾਂ ਨੂੰ ਨਹੀਂ ਦਿੱਤਾ ਗਿਆ ਸੀਗਾ, ਸਿਰਫ ਪ੍ਰਦੀਪ ਸ਼ਰਮਾ ਜੀ ਨੂੰ ਦਿੱਤਾ ਗਿਆ ਸੀਗਾ। ਸੋ ਉਹਨਾਂ ਦੀ ਕੋਈ ਹੀਅਰਿੰਗ ਨਹੀਂ ਹੋਈ। ਜੋ ਗੱਲ ਹੋਈ ਹੈ ਉਹ ਸਿਰਫ ਇਹ ਹੋਈ ਹੈ ਕਿ ਮੈਂ ਇੱਕ ਲਾਇਰ ਚਾਹੁੰਦਾ ਸੋ ਆਈ ਕੈਨ ਡਿਫੈਂਡ ਮਾਈ ਸੈਲਫ, ਜੋ ਕਿ ਉਹਨਾਂ ਨੇ ਕਿਹਾ ਆਈ ਥਿੰਕ ਕਿ ਸਾਡੇ ਕੋਲ ਜਿਹੜੇ ਡੈਡ ਨੇ ਮੰਗੇ ਲਾਇਰਸ ਉਹ ਸ਼ਾਇਦ ਲੀਗਲ ਏਡ ਵਿੱਚ ਨਹੀਂ ਸੀਗੇ, ਸੋ ਇਸ ਕਰਕੇ ਉਹ ਗੱਲ ਕਿਤੇ ਸਿਰੇ ਨਹੀਂ ਲੱਗੀ। ਕੀ ਉਹ ਮਾਫੀ ਮੰਗ ਲੈਂਦੇ ਜੇਕਰ ਉਹਨਾਂ ਨੂੰ ਕਿਹਾ ਜਾਂਦਾ ਤਾਂ? ਆਈ ਥਿੰਕ ਦ ਪੁਆਇੰਟ ਇਜ਼ ਕਿ ਮਾਫੀ ਮੰਗਣ ਦੀ ਰੀਜ਼ਨ ਪਹਿਲਾਂ ਇਹ ਹੈਗੇ ਕਿ ਉਹ ਬੋਲ ਕਿਉਂ ਰਹੇ ਸੀਗੇ, ਉਹ ਅਗਰ ਉਹ ਸਮਝ ਜਾਣ ਤਾਂ ਆਫਕੋਰਸ ਮਾਫੀ ਤੱਕ ਇਟਸ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਡਰੱਗ ਦੇ ਪੈਕਟਸ ਜੋ ਵੀ ਰਿਪੋਰਟਸ ਨੇ ਉਹ ਖੋਲ ਲਓ। ਉਹਨਾਂ ਨੇ ਮੈਨੂੰ ਆਪ ਕਿਹਾ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਜੇ ਡਰੱਗ ਦੇ ਰਿਪੋਰਟਸ ਖੋਲ ਲੈਣ। ਅੱਛਾ, ਉਹਨਾਂ ਨੇ ਕਿਹਾ ਜੋ ਕੋਰਟ ਨੂੰ ਬੋਲਿਆ ਉਹਦੇ ਲਈ ਬਿਲਕੁਲ ਜੀ ਮਾਫੀ ਮੰਗਣ ਨੂੰ ਤਿਆਰ ਨੇ ਜੇ ਰਿਪੋਰਟਸ ਉਹ ਖੋਲ ਲੈਣ। ਜੀ ਸੋ ਗੱਲ ਜਿਹੜੀ ਉਹਨਾਂ ਦਾ ਕਹਿਣਾ ਕਿ ਡਰੱਗ ਦੇ ਜਿਹੜੇ ਮੁੱਦੇ ਨੇ ਬਿਕੋਜ਼ ਇਹ ਪਰਸਨਲ ਮੈਟਰਸ ਨਹੀਂ ਗੇ ਜੀ, ਇਹ ਕਿਸੇ ਵਾਸਤੇ ਕਿਸੇ ਦੀ ਈਗੋਜ਼ ਵਾਸਤੇ ਨਹੀਂ ਇਹ ਖੇਡ ਰਹੇਗੇ ਕਿ ਆਪਾਂ ਹਾਂਜੀ ਕਿਸੇ ਨੂੰ ਅਫੈਂਸ ਕਰਨਾ ਹੈਗਾ ਫਿਰ ਉਹਦਾ ਆਪਾਂ ਐ ਕਰ, ਦਿਸ ਇਜ਼ ਨਾਟ ਦੈਟ। ਇਹ ਇੱਕ ਰੀਅਲ ਜੈਨੂਇਨ ਇਸ਼ੂਜ਼ ਨੇ, ਉਹਨਾਂ ਤੇ ਡੀਲ ਕਰੋ। ਐਂਡ ਹੀ ਇਨ ਫੈਕਟ ਸੈਡ ਕਿ ਮੈਂ ਚੰਗਾ ਬੋਲੂੰਗਾ, ਤੁਸੀਂ ਆਪਦੇ ਕੰਮ ਕਰੋਗੇ, ਆਈ ਵਿਲ ਹੈਪੀਲੀ ਸੇ ਗੁੱਡ ਥਿੰਗਸ ਅਬਾਊਟ ਦੈਮ ਸੋ ਕਿਉਂਕਿ ਉਹ ਗੱਲ ਨਹੀਂ ਹੀ ਤੁਸੀਂ ਕਿਸੇ ਨੂੰ ਜੇ ਕੋਈ ਆਪਣਾ ਹੁਣ ਨਹੀਂ ਬੱਚਾ, ਕੋਈ ਇਹ ਨਹੀਂ ਕਹਿ ਰਹੀ ਕਿ ਉਹ ਬੱਚੇ ਨੇ, ਬਟ ਆਪਾਂ ਕਿਤੇ ਕੋਈ ਨਹੀਂ ਜਦੋਂ ਆਪਣਾ ਕੰਮ ਕਰਦਾ ਆਪਾਂ ਉਸ ਚੀਜ਼ ਨੂੰ ਪੁਆਇੰਟ ਆਊਟ ਕਰਾਂਗੇ, ਠੀਕ ਹੈ। ਉਹ ਚੀਜ਼ ਹੁਣ ਕਿਹੜੇ ਲੈਵਲ ਤੱਕ ਪੁਆਇੰਟ ਆਊਟ ਹੋਈ ਹੈ, ਕਿਉਂ ਇੰਨੀ ਫਰਸਟ੍ਰੇਟਡ ਤਰੀਕੇ ਨਾਲ ਪੁਆਇੰਟ ਆਊਟ ਹੋਈ ਹੈ, ਉਹ ਢਿੱਡੋਂ ਗੱਲ ਸਮਝਣੀ ਕਿਤੇ ਨਾ ਕਿਤੇ ਉਹਨਾਂ ਦਾ ਵੀ ਫਰਜ਼ ਬਣਦਾ ਹੈ, ਠੀਕ ਹੈ। ਕਿ ਕਿਉਂ ਬੰਦਾ ਇੱਦਾਂ ਤੜਪਿਆ ਹੋਇਆ ਕਿਤੇ, ਕਿਉਂ ਇਹ ਚੀਜ਼ਾਂ, ਕਿਉਂਕਿ ਉਹਦੇ ਪਰਸਨਲ ਮੈਟਰਸ ਤਾਂ ਇਹ ਹੈ ਨਹੀਂ ਗੇ। ਪਰ ਤੁਹਾਨੂੰ ਲੱਗਦਾ ਥੋੜਾ ਜਿਹਾ ਪੇਸ਼ੈਂਸ ਲੈਵਲ ਦਾ ਵੀ ਰਿਹਾ ਹੈਗਾ, ਕਿਉਂਕਿ ਜਦੋਂ ਅਸੀਂ ਲੀਗਲ, ਉਹ ਖੁਦ ਵੀ ਡੀਐਸਪੀ ਸੀਗੇ ਔਰ ਇਸ ਤਰ੍ਹਾਂ ਦੇ ਵਿੱਚ ਖੁਦ ਹੀ ਕਾਨੂੰਨ ਦੇ ਖਿਲਾਫ ਬੋਲ ਦੇਣਾ, ਤੁਹਾਨੂੰ ਨਹੀਂ ਲੱਗਦਾ ਥੋੜਾ ਜਿਹਾ ਡੀਲ ਕਰਨ ਦਾ ਤਰੀਕਾ ਹੋਰ ਹੋ ਸਕਦਾ ਸੀ? ਕਿਉਂਕਿ ਜਿਹੜੀ ਉਹ ਲੜਾਈ ਉਹ ਲੜ ਰਹੇ ਨੇ ਉਹ ਸਮਾਜ ਲਈ ਬੜੀ ਇੰਪੋਰਟੈਂਟ ਸੀਗੀ, ਸੋ ਉਹਨਾਂ ਨੂੰ ਵੀ ਥੋੜਾ ਜਿਹਾ ਆਪਣੇ ਆਪ ਨੂੰ ਰੱਖਣਾ ਚਾਹੀਦਾ ਸੀਗਾ, ਕਿਉਂਕਿ ਕੋਰਟਸ ਦੇ ਵਿੱਚ ਜਾ ਰਹੇ ਸੀ ਮਾਮਲੇ ਔਰ ਹੋ ਸਕਦਾ ਸਜ਼ਾਵਾਂ ਹੁੰਦੀਆਂ ਲੋਕਾਂ ਨੂੰ। ਓਕੇ, ਸੋ ਪਹਿਲੀ ਗੱਲ ਲੜਾਈ ਸੀਗੀ ਨਹੀਂ, ਲੜਾਈ ਚੱਲ ਰਹੀ ਹੈ, ਠੀਕ ਹੈ, ਕੁਝ ਵੀ ਖਤਮ ਨਹੀਂ ਹੋਇਆ ਹੈਗਾ, ਠੀਕ ਹੈ। ਬਾਕੀ ਜਿਹੜੀ ਗੱਲ ਪੇਸ਼ੈਂਸ ਦੀ ਹੈਗੀ ਹੈ, ਮੈਂ ਇੱਥੇ ਬੈਠੀ ਹਾਂ ਬੜੀ ਪੇਸ਼ੈਂਟਲੀ ਗੱਲ ਕਰ ਰਹੀ ਹਾਂ, ਉਹਨਾਂ ਦੀ ਆਵਾਜ਼ ਨਾਲ ਹੀ ਗੱਲ ਕਰ ਰਹੀ ਹਾਂ, ਲੜਾਈ ਕਿਤੇ ਨਹੀਂ ਗਈ ਹੈਗੀ। ਸੋ ਜੇ ਲੱਗਦਾ ਹੈ ਕਿ ਵੀ ਕੋਈ ਐਦਾਂ ਬੋਲਿਆ ਗਿਆ ਤੇ ਉਹਦੇ ਨਾਲ ਕੋਈ ਨੁਕਸਾਨ ਹੋ ਗਿਆ, ਦੇ ਨੁਕਸਾਨ ਜਿਹੜਾ ਹੋਇਆ ਓਕੇ, ਜਿਹੜੀ ਉਹ ਸਜ਼ਾ ਹੋਈ ਹੈ ਉਹਨਾਂ ਨੇ ਲੀਗਲ ਪ੍ਰੋਸੀਜਰਸ ਕਰਕੇ ਉਹ ਕਰ ਦਿੱਤੇ ਐਂਡ ਵੀ ਆਰ ਟੋਟਲੀ, ਅਸੀਂ ਉਸ ਚੀਜ਼ ਨੂੰ ਐਕਸੈਪਟ ਕਰਦੇ ਹਾਂ। ਉਹ ਲੜਾਈ ਅਸੀਂ ਹੁਣ ਵੀ ਲੜ ਰਹੇ ਹਾਂ, ਪੇਸ਼ੈਂਟਲੀ ਲੜਾਂਗੇ, ਕਿਉਂਕਿ ਇਟਸ ਉਹ ਗੱਲ ਇੱਕ ਜੈਨੂਇਨ ਅਗੇਨ ਗੱਲ ਸੀਗੀ। ਉਹ ਸਿਰਫ ਇਸ ਕਰਕੇ ਗੱਲ ਨਹੀਂ ਸੀਗੀ ਕਿ ਵੀ ਆਪਾਂ ਐਂ ਬੋਲਣਾ ਹੈ ਫਿਰ ਇੱਦਾਂ ਹੋਊਗਾ, ਉਹ ਉਸ ਕਰਕੇ ਤਾਂ ਉਹਨਾਂ ਨੇ ਕੀਤਾ ਹੀ ਨਹੀਂ ਸੀਗਾ। ਸੋ ਲੜਾਈ ਹੁਣ ਪੇਸ਼ੈਂਟ ਉਹਦੇ, ਆਈ ਟੋਲਡ ਡੈਡ ਦੀ ਅਦਰ ਡੇ, ਮੈਂ ਕਿ ਇੱਕ ਆਰਟ ਆਫ ਵਾਰ ਆਪਾਂ ਹੁੰਦੀ ਹੈ, ਸਿਚੁਏਸ਼ਨ ਦੇ ਨਾਲ ਆਪਾਂ ਬਦਲਦੇ ਹਾਂ, ਬਟ ਆਪਣੀ ਜੋ ਸਟੈਂਡ ਹੈਗੇ ਨੇ, ਜਿਸ ਚੀਜ਼ 'ਤੇ ਆਪਾਂ ਲੜ ਰਹੇ ਹਾਂ ਉਹ ਨਹੀਂ ਬਦਲਦੇਗੇ। ਦੈਟ ਇਜ਼ ਵਾਟ ਸ਼ੋਜ਼ ਦ ਟਰੂ ਸਟਰੈਂਥ ਆਫ ਅ ਵਾਰੀਅਰ, ਕਿ ਉਹਦੀ ਫਲੈਕਸੀਬਿਲਿਟੀ ਹੈਗੀ ਹੈ। ਤੇ ਜੇ ਬੰਦਾ ਫਲੈਕਸੀਬਲ ਹੀ ਨਹੀਂ ਹੈਗਾ, ਠੀਕ ਹੈ, ਫਿਰ ਤਾਂ ਉਹ ਆਪਣੇ ਵਾਸਤੇ ਆਪਣੇ ਉਹਦੇ ਵਾਸਤੇ ਲੜ ਰਿਹਾ, ਠੀਕ ਹੈ। ਇਸ ਸਜ਼ਾ ਨੂੰ ਕਿਵੇਂ ਦੇਖ ਰਹੇ ਹੋ, ਜਾਇਜ਼ ਜਾਂ ਨਾਜਾਇਜ਼? ਦੇਖੋ, ਆਈ ਡੋਂਟ ਥਿੰਕ ਮੈਂ ਉਸ ਚੀਜ਼ ਨੂੰ ਜਾਇਜ਼ ਨਾਜਾਇਜ਼ ਕਹਿ ਕੇ ਕੋਈ ਕਮੈਂਟ ਕਰੂੰਗੀ। ਆਈ ਥਿੰਕ ਦੈਟ ਹਰ ਕਿਸੇ ਦਾ ਇੱਕ ਇਹਦੇ ਵਿੱਚ ਪਾਰਟ ਹੈਗਾ, ਠੀਕ ਹੈ। ਇਕੁਅਲੀ ਡੈਡ ਦਾ ਲੀਗਲ ਸਿਸਟਮ ਨਾਲ ਇੱਕ ਇਸ ਚੀਜ਼ ਨਾਲ ਹੋਣਾ, ਲੀਗੈਲਿਟੀ ਜੀ ਲੀਗਲੀ ਇਹ ਚੀਜ਼ਾਂ ਹੈਗੀਆਂ ਨੇ। ਸੋ ਇੱਕ ਇਹ ਆਈ ਵੁੱਡ ਸੇ ਇਟਸ ਅ ਪਾਰਟ ਆਫ ਹਿਸ ਜਰਨੀ ਐਂਡ ਇਟਸ ਅ ਪਾਰਟ ਆਫ ਆਰ ਜਰਨੀ ਐਂਡ ਇਟਸ ਅ ਪਾਰਟ ਆਫ ਪੰਜਾਬਸ ਜਰਨੀ। ਮੈਂ ਇਸ ਚੀਜ਼ ਨੂੰ ਇੱਦਾਂ ਕਹੂੰਗੀ। ਕੱਲ ਤੁਸੀਂ ਆਪਣੇ ਪਾਪਾ ਨੂੰ ਮਿਲੇ ਆ ਤੇ ਤੁਹਾਨੂੰ ਇਸ ਸਾਰੇ ਦੇ ਵਿੱਚ ਉਹਨਾਂ ਨੇ ਅੱਗੇ ਲੱਗ ਕੇ ਜਿਹੜਾ ਹੈ ਹਰ ਇੱਕ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਨੂੰ ਕਿਹਾ ਹੈਗਾ, ਕੀ ਸੋਚਿਆ ਹੈਗਾ ਜਾਂ ਕੀ ਸੋਚ ਰਹੇ ਹੋ? ਕਿਉਂਕਿ USA ਤੋਂ ਤੁਸੀਂ ਆਏ ਹੋ, ਹਲੇ ਪੰਜਾਬ ਨੂੰ ਸਮਝਣਾ ਹੈ, ਪੰਜਾਬ ਦੇ ਮੁੱਦੇ ਬੜੇ ਗੰਭੀਰ ਨੇ, ਫਾਦਰ ਸਾਹਿਬ ਲੜ ਰਹੇ ਸੀਗੇ, ਉਹ ਜੇਲ੍ਹ 'ਚ ਚਲੇ ਗਏ ਨੇ, ਸੋ ਕੀ ਸੋਚ ਰਹੇ ਹੋ? ਮੈਂ ਕੁਝ ਨਹੀਂ ਸੋਚ ਰਹੀ, ਮੈਂ ਬਸ
ਜਸਟ ਪ੍ਰੇਇੰਗ ਐਂਡ ਹੋਪਿੰਗ ਕਿ ਬਸ ਜਿੱਥੇ ਮੈਨੂੰ ਮੌਕਾ ਮਿਲਦਾ ਹੈ, ਮੇਰੇ ਕੋਲ ਗਾਈਡ ਕਰਨ ਵਾਲੇ ਬਹੁਤ ਸਿਆਣੇ ਲੋਕ, ਡੈਡ ਨਾਲ ਸਪੋਰਟ ਕਰਨ ਵਾਲੇ ਇੱਥੇ ਹੈਗੇ ਨੇ, ਤੇ ਮੈਂ ਉਸ ਚੀਜ਼ ਨੂੰ ਜਿੰਨਾ ਆਪਦੇ ਆਪ ਨੂੰ ਕੋਸ਼ਿਸ਼ ਕਰਦੀ ਹਾਂ ਉਹਨਾਂ ਤੋਂ ਸਿੱਖਾਂ, ਜੋ ਕਹਿ ਰਹੇ ਨੇ ਧਿਆਨ ਨਾਲ ਉਹਨਾਂ ਦੀ ਗੱਲ ਸੁਣਾ, ਸਮਝਾਂ, ਐਂਡ ਵੇ ਇੱਕ ਕਾਫੀ ਫਾਸਟ ਹੋਇਆ ਸਾਰਾ ਕੁਝ, ਬਟ ਐਟ ਦ ਸੇਮ ਟਾਈਮ I'm ready for this. I'm ready for ਜੋ ਵੀ ਮੈਨੂੰ ਡੈਡ ਨੇ ਕਿਹਾ ਹੈਗਾ, ਰਿਸਪੌਂਸਿਬਿਲਿਟੀ ਹੈਗੀ ਹੈ, ਮੈਨੂੰ ਉਹਨਾਂ ਦੇ ਇੱਦਾਂ ਦਿਖਦਾ ਸਮਾਈਲਿੰਗ ਫੇਸ ਹੈ, ਕਹਿੰਦਾ ਕਿ ਓਕੇ ਕੋਈ ਗੱਲ ਨਹੀਂ, ਕਰੋ ਚੱਕੋ। ਸੋ ਇਟਸ ਓਕੇ, ਮੈਂ ਨਹੀਂ ਕਹਿ ਰਹੀ ਕਿ ਮੈਨੂੰ ਸਭ ਕੁਝ ਪਤਾ ਹੈ, ਐਂਡ ਮੈਂ ਇਸ ਚੀਜ਼ ਤੋਂ ਹਰ ਕੋਈ ਸਿੱਖਦਾ ਹੈ। ਮੈਂ ਇੱਕ ਡਿਫਰੈਂਟ ਲੜਾਈ ਵਿੱਚ ਸੀਗੀ, ਹੁਣ ਮੈਂ ਇੱਕ ਡਿਫਰੈਂਟ ਤਰੀਕੇ ਨਾਲ ਆਪਣੇ ਡੈਡ ਨੂੰ ਇੱਥੇ ਆ ਕੇ ਸਪੋਰਟ ਕਰ ਰਹੀ ਹਾਂ ਉਹਨਾਂ ਦੀ ਲੜਾਈ ਵਿੱਚ, ਅਤੇ ਮੈਂ ਐਜ਼ ਔਰਗੈਨਿਕ ਵੇ ਵਿੱਚ ਜੋ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ ਦਿਲੋਂ ਗੱਲ ਕਰਨੀ ਹੈ, ਉਹਨਾਂ ਨੇ ਮੈਨੂੰ ਕੋਈ ਨਹੀਂ ਕਿਹਾ ਕਿ ਐਂ ਕਹਿਣਾ ਹੈ ਅਤੇ ਫਿਰ ਐਂ ਕਹਿਣਾ ਹੈ। ਹੀ ਸੈਡ ਬੀ ਯੋਰਸੈਲਫ, ਦੈਟਸ ਵਾਟ ਹੀ ਇਜ਼ ਆਲਵੇਜ਼ ਟੌਟ ਮੀ, ਐਂਡ ਉਹਨਾਂ ਨੇ ਹਮੇਸ਼ਾ ਮੇਰੀ ਡਿਸੀਜ਼ਨਸ ਨੂੰ ਇੱਕ ਹੀ ਇਜ਼ ਅ ਫਰੀ ਮੈਨ, ਉਹਨਾਂ ਨੇ ਸਾਨੂੰ ਫਰੀडम ਹਮੇਸ਼ਾ ਦਿੱਤਾ ਹੈਗਾ ਕਿ ਵੀ ਇਹ ਬੇਟਾ। ਪਰ ਸ਼ੁਭ, ਪੰਜਾਬ ਪਰਤਣਾ ਹੀ ਬੱਚਿਆਂ ਦੇ ਲਈ ਬਹੁਤ ਮੁਸ਼ਕਲ ਹੈ, ਇੱਥੇ ਰਹਿ ਕੇ ਪੰਜਾਬ ਲਈ ਲੜਾਈ ਲੜਨਾ, ਔਰ ਇਹਦੇ ਲਈ ਕਹਿੰਦੇ ਬੜਾ ਵੱਡਾ ਜਿਗਰਾ ਚਾਹੀਦਾ ਬੰਦੇ ਦਾ। ਜੀ ਹੁਣ ਜਿਗਰਾ ਤੁਹਾਡੇ ਸਾਹਮਣੇ ਹੀ ਹੈ, ਦੇਖੋ ਜੋ ਹਾਲਾਤ ਹੋ ਰਹੇ ਨੇ ਉਹਨਾਂ ਦਾ ਜਿਗਰਾ, ਹੀ ਡਿਡ ਦਿਸ, ਠੀਕ ਹੈ। ਹੁਣ ਅਸੀਂ ਇੱਥੇ ਹੈਗੇ ਹਾਂ, ਮੈਂ ਉਸ ਪਹਿਲਾਂ ਕਦੀ ਜਦੋਂ USA 'ਚ ਗੱਲ ਹੁੰਦੀ ਸੀ, ਕਦੀ ਕਿਹਾ ਕਿ ਪਾਪਾ ਇਹਨਾਂ ਚੀਜ਼ਾਂ ਦੇ, ਜਿਵੇਂ ਹੁਣ ਜੇਲ੍ਹ ਜਾਣ ਦਾ, ਤਾਂ ਕਦੀ ਇਦਾਂ ਦੀ ਗੱਲਬਾਤ ਹੋਈ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਵੀ ਬਣ ਸਕਦੇ ਆ ਸ਼ੁਭ, ਤੁਹਾਨੂੰ ਆ ਕੇ ਦੇਖਣਾ ਹੋਏਗਾ? ਬਿਲਕੁਲ ਬਿਲਕੁਲ, ਕਿ ਜਾਂ ਭਰੋਸਾ ਜਤਾਉਂਦੇ ਸੀ ਹਮੇਸ਼ਾ ਕਿ ਨਹੀਂ ਆਪਾਂ ਜਿੱਤਾਂਗੇ, ਮੈਂ ਜਿਹੜੀ ਲੜਾਈ ਲੜ ਰਹੀ? ਬਿਲਕੁਲ ਨਹੀਂ, ਇਹ ਕੋਈ ਉਹ ਤਾਂ ਫੂਲਿਸ਼ਨੈਸ ਹੋ ਗਈ ਨਾ, ਦੋਨੋਂ ਪਾਸੇ ਦੇਖਣੇ ਪੈਂਦੇ ਨੇ। ਸੋ ਨਹੀਂ, ਅਸੀਂ ਇਸ ਕਰਕੇ ਮੈਨੂੰ ਆਲਮੋਸਟ 2-3 ਸਾਲ ਪਹਿਲਾਂ ਇਹ ਐਕਚੁਅਲੀ ਗੱਲ ਸਾਡੀ ਆਪਣੀ ਗੱਲ ਹੋਈ ਹੈ ਇਸ ਬਾਰੇ। ਸੋ ਇਦਾਂ ਨਹੀਂ ਸੀਗਾ ਕਿ ਹਾਂਜੀ ਨਹੀਂ ਕਿ ਬਲਾਈਂਡਲੀ ਤੁਹਾਨੂੰ ਕੰਫਰਟ ਦੇ ਰਹੇ ਨੇ ਕਿ ਵੀ ਜੀ ਕੁਝ ਨਹੀਂ, ਸਭ ਠੀਕ ਹੈ। ਉਹਨੇ ਬਿਲਕੁਲ ਸੀਗਾ ਕਿ ਪ੍ਰਿਪੇਅਰ ਆਪਾਂ ਨੂੰ ਹੋਣਾ ਪੈਣਾ ਕਿਸੇ ਵੀ ਚੀਜ਼ ਵਾਸਤੇ, ਉਹ ਕੁਝ ਵੀ ਹੋ ਸਕਦਾ ਹੈ। ਹੁਣ ਵੀ ਉਹਨਾਂ ਨੂੰ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਸ਼ੂਜ਼ ਕਾਫੀ ਲੋਕਾਂ ਨੂੰ ਫੋਰਸ ਕਰਦੇ ਨੇ ਆਪਦੇ ਵੇਜ਼ ਬਦਲਣ ਨੂੰ, ਐਂਡ ਦੈਟ ਇਜ਼ ਨਾਟ ਈਜ਼ੀ। ਸੋ ਓਬਵੀਅਸਲੀ ਕੁਝ ਵੀ ਹੋ ਸਕਦਾ ਹੈ, ਸੋ ਹੀ ਈਵਨ ਨਾਓ ਫੀਲਸ ਦੈਟ ਪੋਸੀਬਲੀ ਉਹਨਾਂ ਨੂੰ ਜਿਵੇਂ ਉਹਨਾਂ ਦੀ ਆਵਾਜ਼ ਚੁੱਪ ਕੀਤੀ ਗਈ ਹੈ, ਉਹਨਾਂ ਨੂੰ ਇੱਕ ਤਰੀਕਾ ਮਿਲ ਗਿਆ ਕਿ ਓਕੇ 6 ਮਹੀਨੇ ਨੂੰ ਬੰਦ ਕਰਕੇ ਇਹ ਚੁੱਪ ਤਾਂ ਬੈਠੂਗਾ, ਸੋ ਉਹ ਇੱਕ ਆਵਾਜ਼ ਬੰਦ ਕਰਨ ਦਾ ਤਰੀਕਾ ਹੈ। ਆਪਾਂ ਹੁਣ ਆਵਾਜ਼ ਨੂੰ ਕੈਰੀ ਔਨ ਕਰ ਰਹੇ ਹਾਂ, ਉਹਨਾਂ ਨੇ ਕਿਹਾ ਇੱਦਾਂ ਨਹੀਂ ਬੋਲਣਾ, ਆਪਾਂ ਕਹਿੰਦੇ ਓਕੇ ਆਪਾਂ ਐਂ ਬੋਲ ਲੈਂਦੇ ਹਾਂ। ਸੋ ਆਵਾਜ਼ ਚੱਲ ਰਹੀ ਹੈ, ਠੀਕ ਹੈ, ਤਰੀਕੇ ਅਸੀਂ ਬਦਲ ਰਹੇ ਹਾਂ, ਨੋ ਪ੍ਰੋਬਲਮ। ਅਤੇ ਬਟ ਉੱਥੇ ਵੀ ਹੁਣ ਅੱਗੇ ਹੋ ਸਕਦਾ ਹੈ ਕਿ ਉਹਨਾਂ ਦੇ ਜੋ ਪੁਰਾਣੀ ਚੀਜ਼ਾਂ ਕਰਕੇ ਪੋਸੀਬਲੀ ਉਹਨਾਂ ਨੂੰ ਉੱਥੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ, ਜਾਂ ਫਿਰ ਉਹਨਾਂ 'ਤੇ ਫਾਲਸ ਕੋਈ ਐਕਿਊਜ਼ੇਸ਼ਨਸ ਕੀਤੀਆਂ ਜਾਣ, ਸੋ ਅਸੀਂ ਉਸ ਚੀਜ਼ ਨੂੰ ਵੀ ਆਲਰੇਡੀ ਸੋਚ ਰਹੇ ਹਾਂ, ਉਸ ਚੀਜ਼ਾਂ ਬਾਰੇ ਵੀ ਸੋਚ ਰਹੇ ਹਾਂ ਕਿ ਹੱਲੇ ਮੁਸੀਬਤਾਂ ਵੱਧ ਸਕਦੀਆਂ ਨੇ, ਘੱਟ ਨਹੀਂ। ਬਿਲਕੁਲ ਜੀ, ਜਿੱਥੇ ਹਾਲਾਤ ਆਪਣਾ ਸਾਹਮਣੇ ਹੈ, ਅਗਰ ਪੰਜਾਬ ਦਾ ਇਹ ਹਾਲ ਹੋ ਸਕਦਾ ਹੈ ਤੇ ਅਸੀਂ ਵੀ ਤਾਂ ਇਹਦੇ ਪਾਰਟ ਹੀ ਹੈ ਨਾ, ਤਾਂ ਫਿਰ ਕੁਝ ਵੀ ਕਿਸੇ ਵੀ ਟਾਈਮ 'ਤੇ ਤਾਂ ਪ੍ਰਿਪੇਅਰ ਤਾਂ ਰਹਿਣਾ ਪਏਗਾ ਕਿ ਕਿਸੇ ਨੂੰ ਅਗਰ ਨਹੀਂ ਇਹ ਗੱਲਾਂ ਅਗਰ ਜੱਚ ਰਹੀਆਂ, ਆਪਾਂ ਉਹਨਾਂ ਨੂੰ ਬਿਲਕੁਲ ਅਮੈਂਡ ਕਰਨ ਦੀ ਕੋਸ਼ਿਸ਼ ਕਰਾਂਗੇ, ਬਿਲਕੁਲ ਉਹਨਾਂ ਨੂੰ ਇੱਕ ਅੱਛੇ ਤਰ੍ਹਾਂ ਕਰਾਂਗੇ ਤਾਂ ਕਿ ਆਪਾਂ ਕਿਸੇ ਨੂੰ ਅਫੈਂਡ ਨਹੀਂ ਕਰ ਰਹੇ, ਤਾਂ ਕਿ ਆਪਾਂ ਅਸਲੀ ਗੱਲਾਂ ਕਰੇ ਤੇ ਸਾਰੇ ਆਪਾਂ ਰਲ ਕੇ ਉਸ ਚੀਜ਼ ਨੂੰ ਲੜੀਏ। ਇਹ ਕੋਈ ਇਕੱਲੀ ਡੈਡ ਦੀ ਲੜਾਈ ਤਾਂ ਬਿਲਕੁਲ ਵੀ ਨਹੀਂ ਹੈਗੀ ਨਾ, ਮੈਂ ਤਾਂ ਇਹ ਕਲੀਅਰ ਕਰਤਾ ਹੈਗਾ, ਦਿਸ ਇਜ਼ ਨਾਟ ਹਿਸ ਫਾਈਟ। ਸੋ ਇਸ ਕਰਕੇ ਪੂਰਾ ਪਰਿਵਾਰ ਨਾਲ ਖੜਾ ਹੈ ਔਰ ਬਹੁਤ ਸਾਰੇ ਲੋਕ ਵੀ ਨਾਲ ਖੜੇ ਹੈ। ਹਾਂਜੀ 100% ਬਿਲਕੁਲ। ਪਰ ਮੈਂ ਪੰਜਾਬੀ ਮੰਚ ਵਿੱਚ ਬਹੁਤ ਸਿਆਣੇ ਐਂਡ ਸਮਾਰਟ ਵੈਲ ਐਜੂਕੇਟਿਡ ਪੀਪਲ ਜਿਹੜੇ ਡੈਡ ਨਾਲ ਸਪੋਰਟ ਕਰ ਰਹੇ ਨੇ ਇਸ ਟਾਈਮ, ਸੋ ਸਾਰੇ ਨਾਲ ਸਾਨੂੰ ਸਪੋਰਟ ਕਰ ਰਹੇ ਨੇ। ਉਹ ਆਪ ਇਸ ਪਾਰਟ ਦਾ ਇਸ ਕਾਜ਼ ਦਾ ਉਹਨਾਂ ਦਾ ਆਪਣਾ ਇੱਕ ਬਹੁਤ ਵੱਡਾ ਰੋਲ ਹੈਗਾ ਇਹਦੇ ਵਿੱਚ। ਸੋ ਮੇਰੇ ਡੈਡ ਇਹਦੇ ਵਿੱਚ ਬਿਲਕੁਲ ਵੀ ਇਕੱਲੇ ਨਹੀਂ ਹੈਗੇ ਕਿ ਹਾਂਜੀ ਜੀ। ਸੋ 6 ਮਹੀਨੇ ਤੋਂ ਬਾਅਦ ਜੇ ਤੁਹਾਡੇ ਫਾਦਰ ਆ ਕੇ ਇਹੀ ਲੜਾਈਆਂ ਨੂੰ ਕੰਟੀਨਿਊ ਰੱਖਦੇ ਹੈਗੇ ਆ, ਤੇ ਤੁਸੀਂ ਮਤਲਬ ਉਹਨਾਂ ਦੇ ਨਾਲ ਖੜੇ ਰਹੋਗੇ? ਜੇ ਉਹਨਾਂ ਨੂੰ ਜੋ ਜਿਵੇਂ ਠੀਕ ਲੱਗਦਾ ਜੀ, ਜਿਵੇਂ ਉਹ ਕਹਿਣਗੇ ਉਵੇਂ ਕਰਾਂਗੇ। ਜਿਵੇਂ ਉਹਨਾਂ ਨੂੰ ਲੱਗਦਾ ਕਿ ਜੇ ਉਹਨਾਂ ਨੂੰ ਲੱਗਦਾ ਕਿ ਮੇਰਾ ਇੱਥੇ ਹੋਣਾ ਉਹਨਾਂ ਨੂੰ ਠੀਕ ਹੈ, ਜਿੱਦਾਂ ਵੀ ਉਦੋਂ ਹਾਲਾਤ ਕੀ ਹੋਣਗੇ ਕੁਝ ਕਹਿ ਨਹੀਂ ਜਾ ਸਕਦਾ ਫਿਲਹਾਲ। ਅਸੀਂ ਤਾਂ ਡੇ ਟੂ ਡੇ ਦੇਖ ਰਹੇ ਹਾਂ ਜੀ। ਸੋ ਮਨਜੀਤ ਕੌਰ ਹੁਣਾਂ ਨੇ ਵੀ ਗੱਲ ਕੀਤੀ ਸੀ ਵੀ ਹਾਂ ਇੱਕ ਗਨਮੈਨ ਸੀਗਾ, ਉਹ ਵੀ ਲੈ ਲਿਆ। ਸੋ ਹੋਰ ਕੀ ਚਾਹੁੰਦਾ ਆ ਪਰਿਵਾਰ ਇਸ ਵੇਲੇ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਸ ਚੀਜ਼ ਨੂੰ ਅਸੀਂ ਮੰਨਦੇ ਹਾਂ ਕਿ ਮਾਣਹਾਨੀ ਦੇ ਜਾਂ ਸ਼ਬਦ ਬੋਲੇ ਜਾਂ ਉਹਨਾਂ ਦੇ ਲਈ ਜੇ ਸਜ਼ਾ ਹੁੰਦੀ ਹੈ ਅਸੀਂ ਕੋਰਟ ਦੇ ਵਿੱਚ ਭਰੋਸਾ ਜਤਾਉਂਦੇ ਹਾਂ, ਪਰ ਹੋਰ ਕੀ ਕੋਈ ਪ੍ਰਸ਼ਾਸਨ ਤੋਂ ਕੋਈ ਇੱਛਾ ਹੈਗੀ ਹੈ ਜਾਂ ਕੀ ਸੋਚਿਆ ਹੋਇਆ? ਆਈ ਥਿੰਕ ਦੀ ਸਿਕਿਉਰਿਟੀ ਇੱਕ ਮਸਟ ਹੈਗੀ ਹੈ, ਬਿਕੋਜ਼ ਅਸੀਂ ਫੀਮੇਲਸ ਵੀ ਅਸੀਂ ਪਰ ਉਸੇ ਸਿਸਟਮ ਨਾਲ ਲੜਨਾ ਤੇ ਉਸੇ ਸਿਸਟਮ ਤੇ ਫਿਰ ਭਰੋਸਾ ਕਰਨ ਨਾ, ਜਾਂ ਉਸੇ ਦੇਖੋ ਜੀ ਸਿਸਟਮ ਤੋਂ ਮੰਗ ਰੱਖਣਾ। ਦੇਖੋ ਅਗੇਨ ਸਿਸਟਮ ਦੇ ਖਿਲਾਫ ਨਹੀਂ, ਇਟਸ ਅਬਾਊਟ ਕਰਪਸ਼ਨ, ਠੀਕ ਹੈ। ਉਹ ਕੋਈ ਵੀ ਜੌਬ ਆਪਣੀ ਸਹੀ ਕਰ ਸਕਦਾ ਹੈ, ਕੋਈ ਨਹੀਂ ਕਹਿ ਰਿਹਾ ਕਿ ਵੀ ਐਵਰੀਬਡੀ ਇਜ਼
ਇਹ ਸਿਸਟਮ ਹੀ ਖਰਾਬ ਹੈ ਜੀ ਤਾਂ ਨੋ 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 ਓਕੇ ਠੀਕ ਹੈ, ਕਈ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਨਹੀਂ ਠੀਕ ਹੋ ਰਹੀਆਂ ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਸੋ ਇਦਾਂ ਨਹੀਂਗਾ ਕਿ ਹੁਣ ਸਿਸਟਮ ਬਿਲਕੁਲ ਖਰਾਬ ਹੈ ਤੇ ਹੁਣ ਇੱਥੇ ਇਹਨਾਂ ਦੀ ਲੋੜ ਹੈ ਤੇ ਹੁਣ ਤੁਹਾਨੂੰ ਨੋ, ਜਿੱਥੇ ਵੈਲਿਡ ਚੀਜ਼ਾਂ ਹੈਗੀਆਂ ਨੇ, ਜਿੱਥੇ ਗੱਲ ਬਣਦੀ ਹੈ ਉੱਥੇ ਆਫ ਕੋਰਸ ਉਹਨਾਂ ਦਾ ਜਿੱਥੇ ਰੋਲ ਹੈ ਉਹ ਅਗੇਨ ਉਹ ਉਹਨਾਂ ਦਾ ਰੋਲ ਜੇ ਨਹੀਂ ਕਰ ਰਹੇ ਸੀ ਤਾਂ ਹੀ ਬੋਲੇ ਸੀਗੇ। ਤੇ ਇੱਥੇ ਜੇ ਉਹਨਾਂ ਦਾ ਉਹੀ ਜੇ ਸਿਕਿਉਰਿਟੀ ਪ੍ਰੋਵਾਈਡ ਕਰ ਸਕਦੇ ਤਾਂ ਹੋਰ ਕਿਹਨੂੰ ਕਵਾਂਗੇ। ਇਟਸ ਅ ਪਾਰਟ ਆਫ देयर ਸਰਵਿਸ ਟੂ ਪੰਜਾਬ, ਟੂ ਦ ਪੀਪਲ ਆਫ ਪੰਜਾਬ। ਸੋ ਦੈਟਸ ਇਸ ਕਰਕੇ ਉਹਨਾਂ ਨੂੰ ਹੀ ਕਵਾਂਗੇ ਨਾ ਜੀ। ਸੋ ਬਹੁਤ ਸਾਰੇ ਲੋਕ ਨੇ ਉਸ ਦੇ ਨਾਮ ਸਾਹਿਬ 1000 ਬੰਦੇ ਦਾ ਇਕੱਠ ਸੀਗਾ ਪੰਜਾਬੀ ਮੰਚ ਵੱਲੋਂ ਕੀਤਾ ਗਿਆ, ਬਹੁਤ ਲੋਕ ਸਪੋਰਟ ਕਰ ਰਹੇ ਹੈਗੇ ਆ। ਹੁਣ ਅੱਗੇ ਦੀ ਚੀਜ਼ਾਂ ਅਗਲੇ 6 ਮਹੀਨੇ ਦੇਖਣ ਦੇ ਲਈ ਤੁਹਾਨੂੰ ਕਹਿ ਦਿੱਤਾ ਗਿਆ ਆ, ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਕਿਸ ਨੂੰ ਜਿਹੜੇ ਤੁਹਾਡੇ ਨਾਲ ਖੜੇ ਆ ਇਸ ਸਮੇਂ ਦੇ ਵਿੱਚ ਵੀ? ਜੀ ਮੈਂ ਤਾਂ ਇਹੀ ਕਹੂੰਗੀ ਕਿ ਆਪਾਂ ਸਾਰੇ ਜੋ ਐਕਚੁਅਲ ਲੜਾਈ ਹੈ ਉਹਦੇ ਤੇ ਫੋਕਸ ਕਰੀਏ, ਠੀਕ ਹੈ। ਇਹ ਇੱਕ ਟਾਈਮ ਪੀਰੀਅਡ ਹੈ, ਮਹੀਨਿਆਂ ਦੀ ਗੱਲ ਹੈ, ਇਹਨੇ ਖਤਮ ਹੋ ਜਾਣਾ ਹੈ। ਬਾਕੀ ਜੋ ਡਰੱਗਸ ਦਾ ਮੁੱਦਾ ਹੈਗਾ ਜਿਹਦੇ ਕਰਕੇ ਜੋ ਰਿਪੋਰਟਸ ਨਹੀਂ ਖੁੱਲੀਆਂ ਹੈਗੀਆਂ ਉਸ ਚੀਜ਼ ਤੇ ਹੋਰ ਪਹਿਰਵਾਈ ਹੋਵੇ, ਇਹ ਮੇਨ ਫੋਕਸ ਹੋਣਾ ਚਾਹੀਦਾ ਆਪਣੇ ਸਾਰਿਆਂ ਦਾ। ਤੇ ਬਾਕੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਵੀ ਅੱਜ ਉਦਣ ਵੀ ਮੇਰੇ ਡੈਡ ਬਾਰੇ ਬਹੁਤ ਬਹੁਤ ਉੱਚੀਆਂ ਗੱਲਾਂ ਕਰਕੇ ਗਏ ਨੇ ਤੇ ਮੈਨੂੰ ਅੱਛਾ ਲੱਗਿਆ ਸੁਣ ਕੇ, ਕਿਉਂਕਿ ਮੈਂ ਥੋੜ੍ਹੇ ਚਿਰ ਪਹਿਲਾਂ ਹੀ ਆਈ ਹਾਂ ਤੇ ਮੈਂ ਦੇਖਿਆ ਵਾਓ ਕਿ ਓਕੇ ਇਹ ਲੋਕ ਦਿਲੋਂ ਆਪਦੇ ਇੱਥੇ ਆਏ ਨੇ, ਕਿਸੇ ਨੂੰ ਕਿਹਾ ਨਹੀਂ ਗਿਆ ਸੀਗਾ, ਠੀਕ ਹੈ। ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਪਾਪਾ ਦੀ ਆਵਾਜ਼ ਨੂੰ ਸਮਝਦੇ ਹੋ ਤੇ ਇਹ ਆਵਾਜ਼ ਉਹਨਾਂ ਦੀ ਨਹੀਂ ਗੀ। ਇਨਫੈਕਟ ਮੈਂ ਸੋਚ ਰਹੀ ਸੀਗੀ ਕਿ ਉਹ ਤੁਹਾਡੇ ਪ੍ਰੇਅਰਸ, ਤੁਹਾਡੀਆਂ ਅਸੀਸਾਂ ਦਾ ਨਤੀਜਾ ਨੇ। ਜਿਹੜੇ ਲੋਕ ਪੀੜਤ ਸੀਗੇ, ਜਿਹੜੇ ਲੋਕਾਂ ਨੇ ਹੋਪ ਦੇ ਵਿੱਚ ਪ੍ਰੇਅਰਸ ਮੰਗੀਆਂ ਨੇ, ਠੀਕ ਹੈ, ਉਹ ਤੁਹਾਡਾ ਆਨਸਰ ਨੇ। ਸੋ ਉਹ ਕਿਹੜੇ ਇੱਕ ਜ਼ਬਰਦਸਤ ਤਰੀਕੇ ਨਾਲ ਉਹਨਾਂ ਨੇ ਆ ਕੇ ਆਪਦਾ ਰਿਪਰੈਜ਼ੈਂਟ ਕੀਤਾ, ਉਹ ਬਿਕੋਜ਼ ਉਹ ਤੁਹਾਡੀ ਲੋੜ ਸੀਗੀ, ਉਹ ਤੁਹਾਡੀ ਢਿੱਡਾਂ ਦੀ ਆਵਾਜ਼ ਸੀਗੀ ਤੇ ਇਸ ਕਰਕੇ ਉਹ ਤੁਹਾਡੇ ਸਾਹਮਣੇ ਇਹ ਆਵਾਜ਼ ਬਣ ਕੇ ਖੜੇ ਰਹੇ ਨੇ। ਸੋ ਮੈਂ ਇਹੀ ਕਹੂੰਗੀ ਕਿ ਆਪਾਂ ਇਸ ਚੀਜ਼ ਵਿੱਚ ਸਟਰੋਂਗ ਰਹੀਏ, ਆਪਾਂ ਫੋਕਸਡ ਰਹੀਏ, ਆਪਾਂ ਇਹ ਜਿਹੜੇ ਇਸ਼ੂਜ਼, ਜਿਹੜੀਆਂ ਅਫੈਂਸਿਸ ਨੇ, ਇਹਨਾਂ ਨੂੰ ਆਪਾਂ ਗ੍ਰੇਸਫੁਲੀ ਡੀਲ ਕਰੀਏ ਤੇ ਆਪਾਂ ਅਸਲੀ ਲੜਾਈ ਤੇ ਫੋਕਸ ਕਰੀਏ। ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਆਫ ਕੋਰਸ, ਥੈਂਕ ਯੂ। ਸੋ ਦੋਸਤੋ, ਇਹ ਸਨ ਸਾਡੇ ਨਾਲ ਸ਼ੁਭਰੀਤ ਕੌਰ ਸੇਖੋਂ, ਜੋ ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੂੰ ਪਹਿਲਾਂ ਬਰਖਾਸਤ ਕੀਤਾ ਗਿਆ ਸੀਗਾ ਔਰ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ 2 ਦਿਨ ਪਹਿਲਾਂ ਹੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ। 6 ਮਹੀਨਿਆਂ ਦੀ ਬੜੇਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਔਰ 2000 ਰੁਪਏ ਜੁਰਮਾਨਾ ਕੀਤਾ ਗਿਆ। ਉਸ ਤੋਂ ਪਹਿਲਾਂ ਉਹ ਪੰਜਾਬ ਦੇ ਬਹੁਤ ਵੱਡੇ ਲੀਡਰਾਂ ਦੇ ਖਿਲਾਫ ਲੜਾਈ ਲੜ ਚੁੱਕੇ ਨੇ, ਉਹਨਾਂ ਨੂੰ ਸਜ਼ਾਵਾਂ ਦੇ ਅੰਜਾਮ ਤੱਕ ਪਹੁੰਚਾ ਚੁੱਕੇ ਨੇ ਔਰ ਨਸ਼ਿਆਂ ਦਾ ਮੁੱਦਾ ਜਿਹੜਾ ਅੱਜ ਵੀ ਪੰਜਾਬ ਦੇ ਵਿੱਚ ਓਨਾ ਹੀ ਗੰਭੀਰ ਆ, ਉਸ ਨੂੰ ਪਿਛਲੇ 1 ਦਹਾਕੇ ਤੋਂ ਲਗਾਤਾਰ ਚੁੱਕਦੇ ਆਏ ਨੇ, ਉਸ ਦੀਆਂ ਫਾਈਲਾਂ ਕੋਰਟ ਤੱਕ ਲੈ ਕੇ ਗਏ ਨੇ। ਪਰ ਫਿਲਹਾਲ ਆਪ ਜੇਲ੍ਹ ਦੇ ਵਿੱਚ ਨੇ ਕਿਉਂਕਿ ਕੋਰਟ ਦੇ ਖਿਲਾਫ ਕੁਝ ਸ਼ਬਦਾਵਲੀ ਉਹਨਾਂ ਦੇ ਵੱਲੋਂ ਵਰਤੀ ਗਈ ਸੀ, ਜਿਸ ਨੂੰ ਲੈ ਕੇ ਉਹਨਾਂ ਨੂੰ ਸਜ਼ਾ ਹੋਈ ਹੈ। ਸੋ ਕਾਨੂੰਨ ਦੇ ਵਿੱਚ, ਅਦਾਲਤ ਦੇ ਵਿੱਚ ਭਰੋਸਾ ਦੇਸ਼ ਦੇ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਹੈ। ਪਰ ਜਿਵੇਂ ਕਿ ਉਹਨਾਂ ਦੀ ਧੀ ਨੇ ਵੀ ਕਿਹਾ ਕਿ ਇਹ ਨਹੀਂ ਹੋਏਗਾ ਕਿ ਇਸ ਸਜ਼ਾ ਦੇ ਕਰਕੇ ਅਸਲ ਆਵਾਜ਼ ਜਾਂ ਅਸਲ ਮੁੱਦੇ ਦਬ ਜਾਣਗੇ। ਇਹ ਲੜਾਈ ਉਹਨਾਂ ਦੇ ਵੱਲੋਂ, ਪੰਜਾਬੀ ਮੰਚ ਦੇ ਵੱਲੋਂ ਜਾਰੀ ਰੱਖੀ ਜਾਏਗੀ। ਸੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਜ਼ਰੀਏ ਸਾਡੀ ਕੋਸ਼ਿਸ਼ ਰਹਿੰਦੀ ਹੈ ਹਰ ਆਵਾਜ਼ ਜੋ ਸਮਾਜ ਦੇ ਲਈ ਉੱਠਦੀ ਹੈ ਤੁਹਾਡੇ ਤੱਕ ਲੈ ਕੇ ਆਈਏ। ਤੁਸੀਂ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਰਮਨੀਤ ਦੇ ਨਾਲ ਦਿਓ ਆਗਿਆ। ਧੰਨਵਾਦ।